ਸਤ ਸਹੇ ਸਤ ਸਹੇ ਜੈ ਬੰਦੀ ਛੋੜ ਮਹਾਰਾਜ ਸਤਿਗੁਰ ਦਾਤਾ ਦੀਨ ਦਿਆਲਾ ਸਤਿਗੁਰ ਦਾਤਾ ਦੀਨ ਦਿਆਲਾ
जम किंकर के दौड़े जालों सतगुर दया करे दिल पेरे सतगुर दया करे दिल पेरे कोड़ तिमर मिट जाए नेरे सतगुर की महिमा के गाऊं सतगुर की महिमा के गाऊं हर्ष हर जानो चितलाऊं छोड़ दीना महिमा कति जावे ना बंदे छोड़ दीना महिमा कति छोड़ दीना महिमा कति जावे
छोड़ दयाल के करते कोट अनंत भक्त वत्सल भगवान बंदी छोड़ दयाल दे पाए पर के अनंत कोट में छोड़ दयाल दे पाए ਓਜਨੇਕ ਧੰਨ ਧੰਨ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਧੰਨ ਧੰਨ ਸਤਿਗੁਰ ਬ੍ਰਹਮ ਸਾਗਰ ਭੋਰੇ ਵਾਲੇ ਮਹਾਰਾਜ ਜੀਓ ਧੰਨ ਧੰਨ ਸਤਿਗੁਰ ਲਾਲ ਦਾਸ ਮਹਾਰਾਜ ਜੀਓ ਧੰਨ ਧੰਨ ਸਤਿਗੁਰ ਗੰਗਾਨੰਦ ਮਹਾਰਾਜ ਜੀਓ ਧੰਨ ਧੰਨ ਸ੍ਰੀ ਮਹੰਤ
ਦਇਆ ਸਾਗਰ ਮਹਾਰਾਜ ਜੀਓ। ਸੰਤ ਮੰਡਲ ਸਤਿਗੁਰਾਂ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਰੂਪ ਸਾਧ ਸੰਗਤ ਜੀਓ। ਆਪ ਜੀ ਉਤਮ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਸਤਿਗੁਰਾਂ ਦੇ ਪਰਮ ਪਵਿੱਤਰ ਦਰਬਾਰ ਵਿਖੇ ਆਉਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਪ ਜੀ ਨੇ ਦਾਸ ਤੋਂ ਪਹਿਲਾਂ ਸੰਤਾਂ ਮਹਾਂਪੁਰਖਾਂ ਅਤੇ ਸ੍ਰੀ ਮਹੰਤ ਦਇਆ ਸਾਗਰ ਮਹਾਰਾਜ ਜੀ ਪਾਸੋਂ ਅੰਮ੍ਰਿਤਮਈ ਪ੍ਰਵਚਨ ਸਰਵਣ ਕੀਤੇ। ਆਪ ਜੀ ਗੁਰਬਾਣੀ ਸਰਵਣ ਕਰਦੇ ਹੋ, ਗੁਰਬਾਣੀ ਸੁਣਦੇ ਹੋ। ਗੁਰਬਾਣੀ ਅੰਦਰ ਇੱਕ ਨਹੀਂ, ਕੋਈ ਵੀ ਐਸਾ ਵਿਸ਼ਾ ਨਹੀਂ ਹੈ ਜਿਸ ਵਿਸ਼ੇ ਉੱਪਰ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਜੀ ਨੇ ਚਾਨਣਾ ਨਾ ਪਾਇਆ ਹੋਵੇ। ਦਾਸ ਤੋਂ ਪਹਿਲਾਂ ਸਵਾਮੀ ਦਿਆਲ ਦਾਸ ਮਹਾਰਾਜ ਜੀ ਨੇ ਕਈ ਪ੍ਰਕਾਰ ਦੇ ਗੁਰਬਾਣੀ ਦੇ ਪ੍ਰਮਾਣ ਦੇ ਕੇ ਸਮਝਾਉਣਾ ਕੀਤਾ। ਇਹ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਜੀ ਪੜ੍ਹਦੇ ਹੋ, ਸੁਣਦੇ ਹੋ। ਆਓ ਦਾਸ ਧਾਰਨਾ ਪੜੇਗਾ। ਦੂਸਰੇ ਹਿੱਸੇ ਵਿੱਚ ਜੱਥਾ ਪ੍ਰੇਮੀ ਸੱਜਣ, ਤੀਸਰੇ ਹਿੱਸੇ ਦੇ ਵਿੱਚ ਬੀਬੀਆਂ ਭੈਣਾਂ ਮਾਤਾਵਾਂ ਨੇ ਪ੍ਰੇਮ ਦਾ ਸਰੂਪ। मन की माया मेरा है, मन जीते जग जीता। मन की माया मेरा है, मन जीते जग जीता। मन की माया
ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਜੀ ਸੰਸਾਰੀ ਜੀਵਾਂ ਨੂੰ ਮਹਾਂਪੁਰਖਾਂ ਨੂੰ ਸਮਝਾਉਣਾ ਕਰਦੇ ਹਨ। ਐ ਜੀਵ, ਐ ਬੰਦੇ ਸੰਸਾਰ ਦੇ ਲੋਗੋ, ਐ ਪ੍ਰਾਣੀ, ਇੱਕ ਮਨ ਹੀ ਬੰਧਨ ਦਾ ਕਾਰਨ ਬਣ ਜਾਂਦਾ ਹੈ। ਮਨ ਹੀ ਮੁਕਤੀ ਦਾ ਕਾਰਨ ਹੈ। ਕਬੀਰ ਸਾਹਿਬ ਜੀ ਨੇ ਕਥਨ ਕੀਤਾ ਹੈ, ਕਬੀਰ ਮਨ ਤੋਂ ਏਕ ਹੈ, ਭਾਵੇਂ ਜਹਾਂ ਲਗਾਏ, ਭਾਵੇਂ ਹਰੀ ਕੀ ਭਗਤੀ ਕਰ, ਭਾਵੇਂ ਵਿਸ਼ੇ ਕਮਾਏ। ਮਨ ਤਾਂ ਇੱਕੋ ਹੀ ਹੈ, ਇਸ ਮਨ ਨੂੰ ਲਗਾਉਣਾ ਹੀ ਹੈ। ਮਹਾਂਪੁਰਖਾਂ ਦਾ ਜੀਵਨ ਪੜ੍ਹ ਲਈਏ। ਇੱਕ ਰਸਤਾ ਸੰਸਾਰੀ ਜੀਵਾਂ ਨੂੰ, ਮਹਾਂਪੁਰਖਾਂ ਨੂੰ ਗਰੀਬਦਾਸ ਮਹਾਰਾਜ ਜੀ ਦੱਸ ਰਹੇ ਹਨ। ਇੱਕ ਤਾਂ ਰਸਤਾ ਹੈ ਭੌਤਿਕਤਾ ਦਾ। ਭੌਤਿਕਵਾਦੀ ਲੋਕ ਵੀ ਤਰੱਕੀ ਕਰ ਰਹੇ ਹਨ, ਯਾਤਰਾ ਕਰ ਰਹੇ ਹਨ। ਕੋਈ ਐਸਾ ਵਿਅਕਤੀ ਨਹੀਂ ਹੋਵੇਗਾ ਜੋ ਯਾਤਰਾ ਨਾ ਕਰ ਰਿਹਾ ਹੋਵੇ। ਹਰ ਵਿਅਕਤੀ ਯਾਤਰਾ ਕਰ ਰਿਹਾ ਹੈ। ਤੇ ਕਥਨ ਕੀਤਾ ਹੈ ਗਰੀਬਦਾਸ ਮਹਾਰਾਜ ਜੀ ਨੇ, ਇਹ ਮਨ ਹੀ ਮੁਕਤਾ ਹੋ ਰਿਹਾ। ਮਨ ਹੀ ਪੜ੍ਹਿਆ ਭੀਤ, ਮੈਨੇ ਮਨ ਹੀ ਮੁਕਤ ਹੋ, ਮੁਕਤੀ ਦਾ ਕਾਰਨ ਹੈ। ਮਨ ਹੀ ਬੰਧਨ ਦਾ ਕਾਰਨ ਬਣ ਜਾਂਦਾ ਹੈ। ਕਦੋਂ ਬਣਦਾ ਹੈ? ਜੀਵ ਕਦੋਂ ਮੁਕਤ ਹੋ ਸਕਦਾ ਹੈ? ਮਹਾਂਪੁਰਖ ਕਦੋਂ ਮੁਕਤ ਹੋ ਸਕਦੇ ਹਨ? ਤੇ ਇੱਕ ਮਾਰਗ ਦੱਸਿਆ ਹੈ, ਜਿਸ ਮਾਰਗ ਸਤਿਗੁਰ ਗਏ ਸੋ ਮਾਰਗ ਬੋ ਮਾਰਗ ਲੈ ਜੋਏ। ਇਹ ਪ੍ਰਾਣੀ, ਜਿਸ ਰਸਤੇ 'ਤੇ ਸਤਿਗੁਰ ਗੁਰੂ ਪੀਰ ਗਏ ਹਨ, ਉਹ ਰਸਤੇ ਨੂੰ ਅਗਰ ਤੂੰ ਪਕੜ ਲਿਆ ਤਾਂ ਸਹਿਜ ਹੀ ਸੰਸਾਰ ਸਾਗਰ ਤੋਂ ਪਾਰ ਹੋ ਜਾਵੇਗਾ। ਗਰੀਬਦਾਸ ਮਹਾਰਾਜ ਜੀ ਕਥਨ ਕਰਦੇ ਹਨ, ਗਰੀਬ ਸਾਖੀ ਭੂਤ ਪ੍ਰਹਿਲਾਦ ਹੈ। ਗਰੀਬ ਸਾਖੀ ਭੂਤ ਪ੍ਰਹਿਲਾਦ ਹੈ। ਨਾਰਦ ਮੁਨੀ ਉਪਦੇਸ਼, ਸੋ ਤੋ ਨਾਮ ਔਰ ਧਰਤ ਹੈ, ਜੋ ਮਹਿਮਾ ਗਾਵੇ ਸ਼ੇਸ਼। ਗਰੀਬਦਾਸ ਜੀ ਕਥਨ ਕਰਦੇ ਹਨ, ਐ ਸੰਸਾਰ ਦੇ ਲੋਗੋ, ਐ ਜੀਵ, ਪ੍ਰਹਿਲਾਦ ਸਾਖੀ ਹੈ, ਮੈਨੇ ਗਵਾਹੀ ਦੇ ਰਹੀ ਹੈ। ਪ੍ਰਹਿਲਾਦ ਦੀ ਜੀਵਨੀ, ਜਿਸ ਨੇ ਹਰ ਪ੍ਰਕਾਰ ਦੀ ਮੇਰ ਤੇਰ ਦਾ ਤਿਆਗ ਕਰਕੇ ਉਸ ਪਰਮਾਤਮਾ ਦੇ ਨਾਲ ਲਿਵ ਜੋੜ ਲਈ, ਉਸ ਭਗਵਾਨ ਦੇ ਨਾਲ ਜੁੜ ਗਏ। ਰਾਮ ਜਪੰਤੇ ਰਾਮੈ ਹੋ ਗਏ, ਪੂਛ ਦੇਖ ਪ੍ਰਹਿਲਾਦਮ, ਦਾਸ ਗਰੀਬ ਜਰੇ ਨਹੀਂ ਜਾਰੈ, ਲਾਗੀ ਅਜਰ ਸਮਾਦਮ। ਇਉਂ ਕਥਨ ਕੀਤਾ ਗਿਆ। ਏਕ ਹੀ ਹੋ ਗਿਆ ਨਾਮ ਦਾਸ ਸਿਮਰਨ ਕਰਕੇ, ਏਕ ਹੀ ਹੋ ਗਿਆ ਨਾਮ ਦਾਸ ਸਿਮਰਨ ਕਰਕੇ। एक ही हो गया
ਜਪੰਤੇ ਰਾਮੈ ਹੋ ਗਏ, ਪੂਛ ਦੇਖ ਪਹਿਲਾਦ ਮੰਦਾਸ ਗਰੀਬ। ਜਰੇ ਨਹੀਂ ਜਾਰੇ ਲਾਗੀ ਅਜਰ ਸਮਾਦਮ। ਰਾਮ ਨਾਮ ਦਾ ਸਿਮਰਨ ਕਰਦਿਆਂ ਕਰਦਿਆਂ ਪਹਿਲਾਦ ਰਾਮ ਦਾ ਹੀ ਸਰੂਪ ਬਣ ਗਏ ਸਨ, ਅਭੇਦ ਹੋ ਚੁੱਕੇ ਸਨ। ਇੱਕ ਰਸਤਾ ਦੱਸਿਆ ਹੈ ਸਤਿਗੁਰਾਂ ਨੇ, ਆਪ ਪੜ੍ਹਦੇ ਹੋ ਮੰਗਲਾਚਰਨ। ਮੰਗਲਾਚਰਨ ਦਾ ਅਰਥ ਕਿਆ ਹੈ? ਮੰਗਲਾਚਰਨ ਦਾ ਅਰਥ ਹੈ ਕਿ ਜੋ ਮਗ ਮੈਨੇ ਹੁੰਦਾ ਹੈ ਰਸਤਾ, ਸਾਡੇ ਰਸਤੇ ਦੇ ਵਿੱਚ ਜਿਤਨੇ ਪ੍ਰਕਾਰ ਦੀਆਂ ਰੁਕਾਵਟਾਂ ਹਨ, ਉਹ ਰੁਕਾਵਟਾਂ ਦੂਰ ਕਰਨ ਲਈ ਕੀ ਹੈ? ਮੰਗਲਾਚਰਨ। ਮੰਗਲਾਚਰਨ ਕਿਵੇਂ ਜਪਣਾ ਹੈ? ਕੀ ਇਹਦੀ ਵਿਧੀ ਹੈ? ਅਗਰ ਕੋਈ ਗੁਰੂ ਪੀਰ ਵਾਲਾ ਹੋਵੇਗਾ ਉਹ ਦੱਸ ਸਕਦਾ ਹੈ ਕਿਹੜੇ ਟਾਈਮ 'ਤੇ ਜਪਣਾ ਹੈ। ਅਗਰ ਕਾਮਨਾ ਦੀ ਸਿੱਧੀ ਲਈ ਜਪਣਾ ਹੈ, ਕਿਵੇਂ ਜਪਣਾ ਹੈ? ਉਂਝ ਨਿਸਕਾਮ ਭਾਵਨਾ ਦੇ ਨਾਲ ਜਪਣਾ ਹੈ ਤਾਂ ਇਹ ਜਦੋਂ ਮਰਜ਼ੀ ਜਪ ਸਕਦੇ ਹੋ। ਮੰਗਲਾਚਰਨ ਸ਼ੁਰੂ ਦੇ ਵਿੱਚ ਵੀ ਮੰਗਲਾਚਰਨ ਹੈ, ਅੰਤਮ ਸੰਤਾਂ ਦੀ ਮਹਿਮਾ ਕੀਤੀ ਗਈ ਹੈ, ਅੰਤਮ ਸਮਾਪਤੀ 'ਤੇ ਵੀ ਮੰਗਲਾਚਰਨ ਹੈ। ਅਗਰ ਆਪ ਧਿਆਨ ਦੇਵੋਗੇ, ਸ਼ਰਧਾ ਦੇ ਨਾਲ ਪੜ੍ਹੋਗੇ ਤਾਂ ਨਮੋ ਨਮੋ ਸਤਿਪੁਰਸ਼ ਕੋ, ਨਮੋ ਪਹਿਲਾ ਨੰਨਾ ਲਗਾਇਆ ਗਿਆ ਹੈ, ਨੰਨਾ। ਅਤੇ ਅੰਤਮ ਮੰਗਲਾਚਰਨ ਦੀ ਸਮਾਪਤੀ ਕੀਤੀ ਗਈ ਹੈ। ਤਾਂ ਅੰਤਮ ਕਿਹੜਾ ਅੱਖਰ ਹੈ? ਦਾਸ ਗਰੀਬ ਸੰਤਨ ਕੋ ਸੇਵ, 84 ਮਿਟ ਗਈ ਸ਼ੁਕ ਦੇਵ। ਨੰਨਾ ਅੰਤਮ ਵਾਹ ਵਾਹ ਕੀ ਬਣ ਜਾਂਦਾ ਹੈ? ਨਵ। ਗੁਰਬਾਣੀ ਜਗਤ ਗੁਰੂ ਬਾਬਾ ਗਰੀਬ ਦਾਸ ਮਹਾਰਾਜ ਜੀ ਦੀ ਸਦਾ ਹੀ ਨਵੀਂ ਹੈ, ਇਹ ਸਦਾ ਹੀ ਨਵੀਂ ਹੈ। ਇਹ ਨਾ ਕਦੇ ਵੇਹੀ ਹੋਈ ਹੈ, ਨਾ ਵੇਹੀ ਹੋ ਸਕਦੀ ਹੈ, ਸਦਾ ਹੀ ਤਾਜੀ ਦੀ ਤਾਜੀ ਹੈ। ਗਰੀਬਦਾਸ ਜੀ ਕਥਨ ਕਰਦੇ ਹਨ, ਬਾਣੀ ਕਾ ਪਾਇਆ ਨਹੀਂ ਮੂਲ, ਚਲ ਹੰਸਾ ਕਰ ਹੰਸਾ ਚੱਲਣੇ ਕਾ ਸੂਲ। ਬਾਣੀ ਦਾ ਜੋ ਮੂਲ ਹੈ, ਮੂਲ ਇਹਦਾ ਮੂਲ ਪਾਉਣਾ ਕਿਹਾ ਹੈ ਆਮ ਬੰਦੇ ਦਾ ਕੰਮ ਨਹੀਂ। ਇਹ ਨਵੀਂ ਦੀ ਨਵੀਂ ਹੈ, ਨਵੀਂ ਨਵ। ਨਵ ਨਾਮ, ਨੌ ਜੋ ਸੰਖਿਆ ਦਾ ਅੱਖਰ ਹੈ, ਇਹ 9 ਦਾ ਅੱਖਰ ਜਿਹੜਾ ਹੈ ਇਹ ਵੱਧਦਾ ਘਟਦਾ ਨਹੀਂ, ਵਧੇ ਘਟੇਗਾ ਨਹੀਂ। ਮੈਨੇ 9 ਸੰਖਿਆ ਦਾ ਵੱਡਾ ਅੱਖਰ ਹੈ। ਇਹ ਨਾਮ ਦਾ ਪਹਾੜਾ ਵੀ ਪੜ੍ਹੋਗੇ, ਨਾਮ ਦਾ 9 ਦਾ ਪਹਾੜਾ ਪੜ੍ਹਾਂਗੇ। ਤੁਲਸੀਦਾਸ ਪ੍ਰੀਤ ਕੀ ਕਿਉਂ ਨਹੀਂ ਤਜੇ ਨੇ, ਤੁਲਸੀਦਾਸ ਜੀ ਕਥਨ ਕਰਦੇ ਹਨ, ਕਿਉਂ ਨਹੀਂ ਭਜੇ ਨੇ ਸੰਕ, ਆਦ ਅੰਤ ਮੇ ਏਕ ਜੋ ਜੈਸੇ 9 ਕੋ ਅੰਕ। ਗੁਰਬਾਣੀ ਨਾਲ ਪ੍ਰੇਮ ਕਰੀਏ, ਗੁਰਬਾਣੀ ਕੀ ਕਹਿ ਰਹੀ ਹੈ, ਕੀ ਗੁਰਬਾਣੀ ਦਾ ਸਿਧਾਂਤ ਹੈ, ਉਸ ਅਨੁਸਾਰ ਆਪਣੇ ਜੀਵਨ ਦਾ ਨਿਰਵਾਹ ਕਰੀਏ। ਤਾਂ ਕਥਨ ਕੀਤਾ ਗਿਆ ਹੈ, ਜਿਵੇਂ 9 ਦਾ ਪਹਾੜਾ ਪੜ੍ਹਦੇ ਹੋ, ਇੱਕ ਨਾਇਆ, ਨਾਇਆ 2 ਨਾਏ 18 8 ਤੇ 1 9, 3 ਨਾਇਆ 27 9, 4 ਨਾਇਆ 36 6 3 9, 5 9 45 9, 6 9 54 5 ਤੇ 4 9। ਅਤੇ ਜਿਉਂ ਸਾਰਾ ਪਹਾੜਾ ਪੜ੍ਹ ਲਵੋ ਵਧੇ ਘਟੇਗਾ ਨਹੀਂ। ਇਸੇ ਤਰ੍ਹਾਂ ਜੋ ਗੁਰਬਾਣੀ ਹੈ ਅਤੇ ਜਿਤਨੇ ਹੋਰ ਸਿਧਾਂਤ ਹਨ ਵਿਗਿਆਨ ਦੇ, ਉਹਨਾਂ 'ਤੇ ਕਾਟ ਮਾਰੀ ਜਾ ਸਕਦੀ ਹੈ। ਸਤਿਪੁਰਖਾਂ ਦੀ ਗੁਰਬਾਣੀ ਹੈ, ਇਸ 'ਤੇ ਕਾਟ ਨਹੀਂ ਮਾਰੀ ਜਾ ਸਕਦੀ। 2 ਤੋਂ 2 4 ਹੀ ਹੋਵੇਗਾ। ਅਤੇ ਇਹ ਗੁਰਬਾਣੀ ਇਹ ਨਵੀਂ ਦੀ ਨਵੀਂ ਰਹੇਗੀ।
ਤੇ ਜੋ ਦਾਸ ਨੇ ਧਾਮ ਤਲਵੰਡੀ ਵੱਲੋਂ ਦਰਬਾਰ ਸਾਹਿਬ ਛਪਵਾਏ ਹਨ, ਇਹ ਉਹਨਾਂ ਦੇ ਪ੍ਰਿਸ਼ਟ ਕਿਤਨੇ ਪ੍ਰਿਸ਼ਟ ਹਨ? ਮੈਨੇ 1092, 9 ਤੇ 2 11 ਤੇ 1 12 ਜੋੜ ਕਰੀਏ ਤਾਂ 3 ਬਣ ਜਾਂਦਾ ਹੈ। ਤੇ ਸ਼ਲੋਕ ਕਿਤਨੇ ਹਨ? 18,201 ਹੋਵੇਗਾ। ਮੈਨੇ 18 ਦੂਣਾ 20 ਤੇ 1 21 3 ਹੈ। 3 ਜੋ ਅੱਖਰ ਹੈ, 3 ਦਾ ਅਰਥ ਹੈ ਬ੍ਰਹਸਪਤੀ। ਤੇ ਗਰੀਬਦਾਸ ਜੀ ਕਥਨ ਕਰਦੇ ਹਨ, ਬ੍ਰਹਸਪਤੀ ਬਿਆਸ ਪੈ ਬੈਰਾਗਾ ਤਾਤੇ ਮਨ ਰਾਤੈ ਅਨੁਰਾਗਾ। ਮੈਨੇ ਕਿਹਾ ਹੈ ਵੀਰਵਾਰ, ਇਹ ਕਿਹਾ ਹੈ ਗੁਰਬਾਣੀ ਦਾ ਕੀ ਕਥਨ ਹੈ? ਬ੍ਰਹਸਪਤੀ ਬਿਆਸ ਪੈ ਬੈਰਾਗਾ। ਸਮੁੱਚੀ ਗੁਰਬਾਣੀ ਦਾ ਨਿਚੋੜ ਕਿਹਾ ਹੈ। ਤੇ ਗੁਰੂ ਦੇ ਬਖਸ਼ੇ ਹੋਏ ਮੰਤਰ ਦਾ ਅਭਿਆਸ ਕਰਨਾ। ਬ੍ਰਹਸਪਤੀ ਬਿਆਸ ਪੈ ਬੈਰਾਗਾ, ਤੇ ਨਾਲ ਹੀ ਬੈਰਾਗ ਅਤੇ ਅਭਿਆਸ ਸਾਰੇ ਗ੍ਰੰਥਾਂ ਦਾ ਨਿਚੋੜ ਹੈ। ਅਗਰ ਅਭਿਆਸ ਕਰਾਂਗੇ ਔਰ ਵਿਰਾਗ ਰੱਖਾਂਗੇ ਤਾਂ ਸਾਡਾ ਸਤਿਗੁਰਾਂ ਦੇ ਨਾਲ ਕਿਆ ਹੋਵੇਗਾ? ਅਨੁਰਾਗ ਹੋਵੇਗਾ। ਤੇ ਆਪ ਜੀ ਨੇ ਸਰਵਣ ਕੀਤਾ ਹੈ, ਆਪ ਜੀ ਸਰਵਣ ਕਰ ਰਹੇ ਹੋ। ਤੇ ਦਾਸ ਤੋਂ ਪਹਿਲਾਂ ਮਹਾਂਪੁਰਖਾਂ ਦੇ ਅੰਮ੍ਰਿਤਮਈ ਪ੍ਰਵਚਨ ਸਰਵਣ ਕੀਤੇ। ਤੇ ਆਪ ਜੀ ਨੇ ਸਰਵਣ ਕੀਤਾ ਹੈ ਸ਼ਬਦ, ਗਿਰੀ ਮਨ ਕੀ ਮਾਇਆ ਮੇਰ ਹੈ, ਮਨ ਜੀਤੇ ਜਗ ਜੀਤ। ਮਨ ਹੀ ਮੁਕਤਾ ਹੋ ਰਿਹਾ, ਮਨ ਹੀ ਪੜਦਾ ਭੀਤ। ਮੈਨੇ ਮਨ ਹੀ ਮੁਕਤ ਹੋ ਸਕਦਾ ਹੈ, ਮਨ ਹੀ ਬੰਧਨ ਵਿੱਚ ਆ ਜਾਂਦਾ ਹੈ। ਇਹ ਕਦੋਂ ਆਉਂਦਾ ਹੈ? ਜਦੋਂ ਜੀਵ ਮੇਰ ਕਰਦਾ ਹੈ ਵੀ ਮੈਂ ਹਾਂ। ਇਹ ਮੈਂ ਅਤੇ ਮੇਰ, ਇਸ ਨੂੰ ਕੀ ਕਿਹਾ ਗਿਆ? ਇਸ ਨੂੰ ਗੰਦਗੀ ਕਿਹਾ ਗਿਆ। ਮਨ ਕੀ ਮਾਇਆ ਮੇਰ ਹੈ, ਇਹ ਰਸਤਾ ਦੱਸਿਆ ਹੈ ਬਈ ਇਹ ਪ੍ਰਾਣੀ ਜਿਹੜਾ ਸੰਤਾਂ ਦਾ ਰਸਤਾ ਹੈ, ਇਹ ਸੰਸਾਰ ਨੂੰ ਜਿੱਤਣਾ ਨਹੀਂ ਹੈ, ਇਹ ਮਨ ਨੂੰ ਜਿੱਤਣਾ ਹੈ। ਮਨ ਕੀ ਮਾਇਆ ਮੇਰ ਹੈ, ਮਨ ਜੀਤੈ ਜਗ ਜੀਤ। ਮਨ ਨੂੰ ਜਿੱਤ ਲਿਆ ਤਾਂ ਸਾਰਾ ਹੀ ਜਗ ਜਿੱਤ ਲਿਆ। ਸਮੁੱਚੀ ਗੁਰਬਾਣੀ ਦਾ ਨਿਚੋੜ ਹੈ। ਆਪ ਜੀ ਨੇ ਸਰਵਣ ਕੀਤਾ ਹੈ ਤੇ ਸਰਵਣ ਕਰ ਰਹੇ ਹੋ। ਜੋ ਗੁਰਬਾਣੀ ਕਹਿ ਰਹੀ ਹੈ ਉਸ ਅਨੁਸਾਰ ਆਪਣੇ ਜੀਵਨ ਦਾ ਭਾਈ ਨਿਰਵਾਹ ਕਰਾਂਗੇ ਤਾਂ ਮੰਨਣ ਕਰਾਂਗੇ। ਮੰਨਣ ਦਾ ਅਰਥ ਹੈ ਉਸ ਅਨੁਕੂਲ, ਉਸ ਅਨੁਸਾਰ। ਮੈਨੇ ਜੋ ਗੁਰਬਾਣੀ ਕਹਿ ਰਹੀ ਹੈ ਉਸ ਅਨੁਸਾਰ ਆਚਰਨ ਕਰਨਾ, ਉਸ ਅਨੁਸਾਰ ਆਪਣੇ ਜੀਵਨ ਦਾ ਨਿਰਵਾਹ ਕਰਨਾ ਤਾਂ ਸਹਿਜ ਹੀ ਕਲਿਆਣ ਦੇ ਭਾਗੀ ਹੋ ਸਕਦੇ ਹਾਂ। ਤੇ ਜੋ ਤਿਆਗਣ ਵਾਲੀ ਵਸਤੂ ਹੈ ਉਹਦਾ ਭਾਈ ਤਿਆਗ ਕਰਨਾ ਹੈ। ਤੇ ਜੋ ਸੰਗ੍ਰਹਿ ਕਰਨੇ ਵਾਲੀ ਵਸਤੂ ਹੈ ਤੇ ਗ੍ਰਹਿਣ ਕਰਨੇ ਵਾਲੀ ਵਸਤੂ ਹੈ ਉਹਦਾ ਗ੍ਰਹਿਣ ਕਰਾਂਗੇ ਤਾਂ ਕਥਨ ਕੀਤਾ ਗਿਆ ਹੈ ਅਸੀਂ ਕਲਿਆਣ ਦੇ ਭਾਗੀ ਹੋ ਸਕਦੇ ਹਾਂ। ਆਓ ਪ੍ਰੇਮ ਦੇ ਨਾਲ ਇੱਕ ਧਾਰਨਾ ਪੜ੍ਹੀਏ। ਦਾਸ ਧਾਰਨਾ ਪੜ੍ਹੇਗਾ। ਦੂਸਰੇ ਹਿੱਸੇ ਦੇ ਵਿੱਚ ਜੱਥਾ ਪ੍ਰੇਮੀ ਸੱਜਣ, ਤੀਸਰੇ ਹਿੱਸੇ ਦੇ ਵਿੱਚ ਬੀਬੀਆਂ ਭੈਣਾਂ ਮਾਤਾਵਾਂ ਨੇ ਪ੍ਰੇਮ ਦਾ ਸਬੂਤ ਦੇਣਾ ਹੈ। ਮਨ ਕੀ ਮਾਇਆ ਮੇਰਾ ਹੈ, ਮਨ ਜੀਤੇ ਜਗ ਜੀਤ। ਮਨ ਕੀ ਮਾਇਆ ਮੇਰਾ ਹੈ, ਮਨ ਜੀਤੇ ਜਗ ਜੀਤ।
ਸਾਹਿਬ ਸਤਿ ਸਾਹਿਬ ਚੁੱਕ